सब तो पहला तो ये जो लेटेस्ट डिवेलपमेंट्स ने सदर ट्रंप का स्टेटमेंट आ गया कह रहे हैं कि आखिरी मौका दे रहे हैं एडने एक वड्डे हमले नहीं असी तैयार हाँ जिस तरह की जड़ा है वो दूजी आलमी जंग हुई सी और जड़ा है इस तरह के मामला सामने आए ने क्या नज़र आ रहे हैं मामला ख़राब हो सकता है या ये बयानात की हद तक के और अगे जड़ा है कोई इस किस्म की कार्रवाई नहीं होएगी। मामला ते बिल्कुल खराब हो सकता है। मामला ऑलरेडी खराब है। पूरे रीजन दे विच जंग ਜਿਹੜੀ ਉਹ फैल चुकी है। ਜਿਹੜਾ इस दफा ਦਾ हमले ਦਾ ट्रंप ने आख्या सी वो 99% जितने भी एनालिस्ट हैं डिफेंस एनालिस्ट खास तौर से ਜਿਹੜੇ ਇਸ ਚੀਜ਼ ਨੂੰ ਸਮਝਦੇ ਨੇ ਇਸ ਚੀਜ਼ ਨੂੰ ਬਹੁਤ ਕਰੀਬੋਂ ਦੇਖ ਰਹੇ ਸਨ ਉਹਨਾਂ ਦਾ ਖਿਆਲ ਸੀ ਕਿ ਅਟੈਕ ਹੋਣਾ ਹੀ ਹੋਣਾ ਹੈ। ਲੇਕਿਨ ਲਾਸਟ ਮਿੰਟ ਤੇ ਪਤਾ ਲੱਗਦਾ ਹੈ ਕਿ ਜੀ ਟਰੰਪ ਨੇ ਆਖਿਆ ਕਿ ਕਿਉਂਕਿ ਈਰਾਨ ਮੇਰੇ ਨਾਲ ਨੈਗੋਸ਼ੀਏਟ ਕਿਆ ਕਰਦਾ ਹੈ ਇਸ ਵਾਸਤੇ ठीक ਅਟੈਕ है। ਨਹੀਂ ਕਰਾਂਦੇ। ਤੇ ਉਹਦੇ ਤੇ ਫਿਰ ਬਾਅਦ ਚ ਫਿਰ ਇਹ ਸੂਰਤ ਹਾਲ ਸਮਝਣ ਵਾਸਤੇ ਜ਼ਰੂਰੀ ਹੈ ਕਿ ਆਖਿਰ ਲਾਸਟ ਮਿੰਟ ਤੇ ਟਰੰਪ ਦੇ ਜ਼ਿਹਨ ਚ ਕੀ ਆਇਆ ਉਹਨੇ। ਤੇ ਉਹਦੇ ਤੇ ਦੋ जी ਥਿਊਰੀਜ਼ ਨੇ ਕਿ ਇਹ ਬਿਲਕੁਲ ਸਟਾਰਟ ਤੋਂ ਹੀ ਇੱਕ ਬਲਫ ਸੀ ਜਿਹਨੂੰ ਬਹੁਤ ਵੱਡੇ ਪੈਮਾਨੇ ਤੇ ਕੀਤਾ ਗਿਆ ਜਿਹਨੂੰ ਕਿ ਈਵਨ ਫੀਲਡ ਵਿੱਚ ਨਹੀਂ ਦੱਸਿਆ ਗਿਆ ਜਿਹਨੂੰ ਜਨਰਲਸ ਨੂੰ ਨਹੀਂ ਦੱਸਿਆ ਗਿਆ ਕਿਸੇ ਨੂੰ ਨਹੀਂ ਬਸ ਕਰੀਬੀ 3-4 ਲੋਕਾਂ ਨੂੰ ਪਤਾ ਸੀ ਤੇ ਅਸੀਂ ठीक ਪ੍ਰੈਸ਼ਰ ਟੈਕਟਿਕ ਵਾਸਤੇ ਕਰਨੇ ਆ ਤੇ ਬਾਕੀ ਸਭ ਦੇ ਉੱਤੇ ਆਈ ਸੀ ਇਜ਼ਰਾਈਲ ਨੂੰ ਵੀ ਨਹੀਂ ਸੀ ਪਤਾ। ਇੱਕ ਥਿਊਰੀ ਤੇ ਹੈ ਵੇ ਕਿ ਟਰੰਪ ਦੇ ਜ਼ਿਹਨ ਦੇ ਵਿੱਚ ਇੱਕ ਉਹਦੀ ਇਜਾਜ਼ਤ ਸੀ ਕਿ ਮੈਂ ਜੰਗ ਦਾ ਮਾਹੌਲ ਪੈਦਾ ਕਰਨਾ ਵਾ ਜਿਹਦੇ ਵਿੱਚ ਕੋਈ ਮੀਡੀਆ ਬ੍ਰੀਚ ਨਾ ਹੋਵੇ ਜਿਹੜਾ ਬਹੁਤ ਰੀਅਲਿਸਟਿਕ ਲੱਗੇ ਈਰਾਨ ਉਹਦੇ ਸਾਹਮਣੇ ਬਿਲਕੁਲ ਝੁਕ ਜਾਏਗਾ। ਦੂਸਰੀ ਥਿਊਰੀ ਹੈ ਵੇ ਕਿ ਨਹੀਂ ਹੈ ਬਾਕਾਇਦਾ ਇੱਕ ਅਟੈਕ ਹੋਣਾ ਸੀ ਉਹ ਜਿਹੜਾ ਬਿਲਕੁਲ ਲਾਸਟ ਮਿੰਟ ਦੇ सही ਉੱਤੇ ਉਹਨੂੰ ਮਨਾ ਕੀਤਾ ਗਿਆ ਖਾਸ ਤੌਰ ਤੇ सऊदी अरेबिया के कहने की वजह तो कि क्योंकि ईरान ने बहुत कैटागोरिकली कह दिता सी कि इस दफा रेसिप्रोकेट नहीं असी करांदे असी एक दे बदले एक वाली गल नहीं होएगी साढ़े एक दे बदले 10 वाली गल होएगी तुसी साडा एक तुहाडा अटैक असी ट्रांसलेट करांदे ठीक 10 अटैक्स विच तो यकीनन वो गल्फ विच ही होण दे ते वो एक इंटेल जिहड़ी है वो बाहर मार्केट विच हली भी मौजूद है कि ईरान ने कुछ मुल्कां नूं ਬਕਾਇਦਾ ਇਨਫੋਰਮੇਸ਼ਨ ਦਿੱਤੀ ਸੀ ਕਿ ਸਾਡਾ ਹੁਣ ਰਿਟੈਲੀਏਸ਼ਨ ਦਾ ਪਲਾਨ ਕੀ ਹੋਵੇਗਾ ਤੇ ਉਹ ਇੰਨਾ ਡਿਵਸਟੇਟਿੰਗ ਸੀ ਉਹ ਇੰਨਾ ਡਿਸਟਰਕਟਿਵ ਸੀ ਕਿ ਫਿਰ ਗਲਫ जी जी ਕੰਟਰੀਜ਼ ਨੂੰ ਖਾਸ ਤੌਰ ਤੇ ਸਾਊਦੀ ਅਰੇਬੀਆ ਨੇ ਫਿਰ ਟਰੰਪ ਨੂੰ ਆਖਿਆ ਕਿ ਉਹ ਬੈਕ ਆਫ ਕਰੇ। ਲੇਕਿਨ ਉਹਦੇ ਵਿੱਚ ਹੋਰ ਵੀ ਚੀਜ਼ਾਂ ਐਡ ਹੋ ਗਈਆਂ ਕਿਉਂਕਿ ਆਪਣੇ ਉਹਨਾਂ ਦੇ ਜਨਰਲ ਵਿੱਚੋਂ ਇੱਕ ਜਨਰਲ ਜਿਹੜਾ ਹੈ ਉਹਨੇ ਤੇ ਬਕਾਇਦਾ ਓਪਨਲੀ ਜਿਹੜਾ ਮੀਡੀਆ ਤੇ ਆ ਕੇ ਕਹਿ ਦਿੱਤਾ ਕਿ ਸਾਡੇ ਕੋਲ ਬਿਲਕੁਲ ਇੰਟਰਸੈਪਟਰ ਇੰਨੇ ਕੋਈ ਨਹੀਂ ਕਿ ਅਸੀਂ ਇਜ਼ਰਾਈਲ ਨੂੰ ਬਚਾ ਸਕੀਏ सही ਤੇ ਅਗਰ ਅਸੀਂ ਇਜ਼ਰਾਈਲ ਨੂੰ ਬਚਾਉਣਾ ਚਾਹੁੰਦੇ ਆ ਤੇ ਫਿਰ ਸਾਨੂੰ ਥੋੜਾ ਜਿਹਾ ਵਕਤ ਚਾਹੀਦਾ ਹੈ ਤੇ ਇਹ ਅਟੈਕ ਇਸ ਵਕਤ ਨਹੀਂ ਹੋਣਾ ਚਾਹੀਦਾ। ਹੁਣ ਇੰਨੀ ਇਸ ਚੀਜ਼ ਨੂੰ ਜਿੰਨਾ ਵੀ ਤੁਸੀਂ ਖਿਲਾਰ ਲਓ ਕਿ ਅਟੈਕ ਕਦੋਂ ਹੋਣਾ ਸੀ ਕਿ ਦੁਬਾਰਾ ਹੋਵੇਗਾ ਨਹੀਂ ਹੋਵੇਗਾ ਨਹੀਂ ਕਿਸੇ ਕੋਲ ਕ੍ਰਿਸਟਲ ਬੋਲ ਤੇ ਹੈ ਨਹੀਂ ਕਿ ਕਦੋਂ ਹੋਵੇਗਾ ਨਹੀਂ ਹੋਵੇਗਾ ਲੇਕਿਨ ਇੱਕ ਨੋ ਵਾਰ ਨੋ ਪੀਸ ਵਾਲੀ ਸਿਚੁਏਸ਼ਨ ਚੱਲਦੀ ਰਹੇ ਨਾ ਤੇ ਜੰਗ ਮੁਕੰਮਲ ਖਤਮ ਹੋਵੇਗੀ ਤੇ ਨਾ ਜੰਗ ਜਿਹੜੀ ਉਹ ਪੂਰੀ ਤਰ੍ਹਾਂ ਤੁਹਾਨੂੰ ਸ਼ੁਰੂ ਹੋਈ ਦਿਖਾਈ ਦੇਵੇਗੀ। ਮੁਕੰਮਲ ਖਤਮ ਇਸ ਵਾਸਤੇ ਨਹੀਂ ਹੋਵੇਗੀ ਕਿ ਅਮਰੀਕਾ ਇਸ ਤਰ੍ਹਾਂ ਹੁਣ ਵਾਪਸ ਕੀ ਕਰੇ ਕੀ ਲੈ ਕੇ ਜਾਵੇ ਵਾਪਸ ਸਟੇਟ ਆਫ ਹਰਮੁਜ਼ ਬੰਦ ਹੈ ਈਰਾਨ ਉਹਦੇ ਸਾਹਮਣੇ ਬਿਲਕੁਲ ਝੁਕਦਾ ਨਹੀਂ ਪਿਆ ਤੇ ਕੀ ਵਾਪਸ ਲੈ ਕੇ ਜਾਵੇ ਤੇ ਇਸ ਵਾਸਤੇ ਉਹ ਗਾਹੇ ਬਕਾਹੇ ਅਟੈਕਸ ਤੇ ਕਰਦਾ ਰਹੇਗਾ। ਤੇ ਅਗਰ ਅਗਰ ਅਸੀਂ ਇਹ ਵੇਖੀਏ ਕਿ ਈਰਾਨ ਜਿਹੜਾ ਉਹ ਬਿਲਕੁਲ ਇੱਕ ਵਿਕਟਰੀ ਟਰੰਪ ਦੇ ਹੱਥ ਵਿੱਚ ਦੇ ਦੇਵੇ ਤੇ ਉਹ ਵਿਕਟਰੀ ਦੀ ਟ੍ਰਾਂਸਲੇਸ਼ਨ ਕੀ ਹੈ ਉਹ ਤੇ ਫਿਰ ਵਿਕਟਰੀ ਤੇ ਵੇ ਕਿ ਈਰਾਨ ਜਿਹੜਾ ਉਹ ਬਿਲਕੁਲ ਡਿਸਫੰਕਸ਼ਨਲ ਹੋ ਜਾਏ ठीक और है। ईरान वॉलंटरली तो ऐसा कर नहीं सकता। अगर अमरीका ਤੇ ਕੋਈ ਚੀਜ਼ ਪ੍ਰੈਸ਼ਰ ਪਾ ਸਕਦੀ ਹੈ ਤੇ ਉਹ ਫਿਰ ਉਹਨਾਂ ਦਾ ਉਹ ਫਿਰ ਇੰਟਰਨੈਸ਼ਨਲ ਇਕਨੋਮੀ ਹੈ ਗਲੋਬਲ ਇਕਨੋਮੀ ਦੇ ਇਲਾਵਾ ਹੋਰ जी ਕੋਈ ਚੀਜ਼ ਉਹਦੇ ਉੱਤੇ ਪ੍ਰੈਸ਼ਰ ਨਹੀਂ ਪਾ ਸਕਦੀ। ਗਲੋਬਲ ਇਕਨੋਮੀ ਬਿਲਕੁਲ ਅਗਰ ਬਰਬਾਦੀ ਦੇ ਦਰਵਾਜ਼ੇ ਤੇ ਪਹੁੰਚ ਗਈ ਤੇ ਹੋ ਸਕਦਾ ਹੈ ਟਰੰਪ ਜਿਹੜੇ ਨੇ ਉਹ ਫਿਰ ਕੋਈ ਆਪਣੇ ਟਰੂਥ ਸੋਸ਼ਲ ਦੇ ਉੱਤੇ ਐਲਾਨ ਕਰ ਦੇਣ ਕਿ ਮੇਰੇ ਸਾਰੇ ਆਬਜੈਕਟਿਵ ਅਚੀਵ ਹੋ ਗਏ ਨੇ ਇਸ ਵਜ੍ਹਾ ਨਾਲ ਅਸੀਂ ਜੰਗ ਤੋਂ ਵਾਪਸ ਭੇ ਜਾਣੇ ਆ। ठीक ਲੇਕਿਨ ਫਿਲਹਾਲ ਤੇ ਨਾ ਉਹਨਾਂ ਦੇ ਆਬਜੈਕਟਿਵ ਅਚੀਵ ਹੋਏ ਨੇ ਨਾ ਉਹ ਵਾਪਸ ਜਾਣ ਦੇ ਮੂਡ 'ਚ ਨੇ ਨਾ ਹੀ ਉਹ ਅੱਗੇ ਆ ਕੇ ਜੰਗ ਕਰ ਸਕਦੇ ਨੇ। ਉਹਨਾਂ ਕੋਲ ਜੰਗ ਦੀ ਇਸ ਵਕਤ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ ਤੁਹਾਨੂੰ ਬਹੁਤ ਲੋਕ ਬਹੁਤ ਸਾਰੀਆਂ ਗੱਲਾਂ ਕਰਦੇ ਦਿਖਾਈ ਦੇਣਗੇ ਕਿ ਜੀ ਉਹ ਇੱਕ ਸੁਪਰ ਪਾਵਰ ਹੈ ਤੁਸੀਂ ਮਜ਼ਾਕ ਨਾ ਬਣਾਓ ਅਮਰੀਕਾ ਅੱਜ ਵੀ ਅਮਰੀਕਾ ਹੀ ਹੈ। ਨਹੀਂ ਅਮਰੀਕਾ ਬਿਲਕੁਲ ਅਮਰੀਕਾ ਵੇ ਲੇਕਿਨ ਅਮਰੀਕਾ ਜਦੋਂ ਪਹਿਲੀ ਗਲਫ ਵਾਰ सही ਵਿੱਚ ਆਇਆ ਸੀ ਉਹਦੇ ਤੇਵਰ ਹੀ ਕੁਛ ਹੋਰ ਸਨ ਉਹਦਾ ਸਟਾਈਲ ਹੀ ਕੁਛ ਹੋਰ ਸੀ।
ਸਵੈਗ ਹੀ ਕੁਝ ਹੋਰ ਸੀ ਤੇ ਹੁਣ ਜਿਹੜਾ ਦੁਬਾਰਾ ਆਇਆ ਤੇ ਹੁਣ ਬਿਲਕੁਲ ਸਿਚੁਏਸ਼ਨ ਡਿਫਰੈਂਟ ਹੈ। ਡਾਕਟਰ ਸਾਹਿਬਾ, ਤੁਸੀਂ ਗਲੋਬਲ ਇਕਨੋਮੀ ਦੀ ਗੱਲ ਕਰ ਰਹੇ ਸੀ ਆਪਣਾ ਹੁਰਮਜ਼ ਦੇ ਹਵਾਲੇ ਨਾਲ। ਇਹ ਦੱਸੋ ਕਿ ईरान और ओमान आपस में गुफ्तगू कर रहे हैं और कह रहे हैं कि जी असी को मुश्तरका एक लाएअमल तैयार कर रहे हैं। अगर इस किस्म का कोई लाएअमल तैयार होता है जोड़ा कि दोवां मुमालिक नूं काबिल कबूल है और किसी हद तक खलीजी मुमालिक नूं काबिल कबूल है, तो ये दसो कि एक तो क्या ऐसा मुमकिन है, और दूजा अगर इस तरह का कोई लाएअमल बन भी जाता है, अमरीका नूं काबिल कबूल होएगा सारा मामला? ਪਹਿਲਾਂ ਇਹਦਾ ਜਵਾਬ ਦੇ ਲੈਂਦੇ ਹਾਂ ਕਿ ਅਮਰੀਕਾ ਨੂੰ ਬਿਲਕੁਲ ਕਾਬਲੇ ਕਬੂਲ ਨਹੀਂ ਹੋਵੇਗਾ। ਅਮਰੀਕਾ ਨੂੰ ਸਟੇਟ ਆਫ ਹੋਰਮੁਜ਼ ਇਸ ਤਰ੍ਹਾਂ ਫੰਕਸ਼ਨ ਹੁੰਦੀ ਹੋਈ ਕਿਸੇ ਸੂਰਤ ਕਾਬਲੇ ਕਬੂਲ ਨਹੀਂ, ਕਿਉਂਕਿ ਫਿਰ ਜਿਹੜੀ ਟਰੰਪ ਦੀ ਲੈਗੇਸੀ ਹੈ ਉਹ ਇੱਕ ਐਸੇ ਪ੍ਰੈਜ਼ੀਡੈਂਟ ਦੀ ਲੈਗੇਸੀ ਹੈ ਜਿਹੜਾ ਕਿ ਇੱਕ ਪੂਰਾ ਵਾਟਰਵੇ ਜਿਹੜਾ ਹੈ ਉਹ ਚੋਕ ਕਰਵਾਇਆ ਆਪਣੀ ਇੱਕ ਸਟੂਪਿਡ ਵਾਰ ਦੀ ਵਜ੍ਹਾ ਨਾਲ, ਜਿਸ ਵਾਰ ਦੇ ਪਿੱਛੇ ਨਾ ਕੋਈ ਉਹਦੇ ਕੋਲ ਲੌਜਿਕ ਸੀ, ਨਾ ਪਲੈਨਿੰਗ ਸੀ, ਨਾ ਸਟ੍ਰੈਟਜੀ ਸੀ। ਤੇ ਉਸ ਵਾਰ ਵਿੱਚ ਉਹਨੂੰ ਕੁਝ ਹੋਰ ਲੱਭਿਆ ਜਾਂ ਨਹੀਂ ਲੱਭਿਆ, ਫਤਹ ਲੱਭੀ ਜਾਂ ਸ਼ਿਕਸਤ ਲੱਭੀ, ਲੇਕਿਨ ਉਹ ਸਟੇਟ ਆਫ ਹੋਰਮੁਜ਼ ਜਿਹੜਾ ਉਹ ਪਰਮਾਨੈਂਟਲੀ ਬੰਦ ਕਰਵਾਇਆ। ਅਮਰੀਕਾ ਬਿਲਕੁਲ ਅਮਰੀਕਾ ਦੇ ਬਾਰੇ ਚ ਨਹੀਂ, ਅਮਰੀਕਾ ਦੀ ਇਹ ਰੈੱਡ ਲਾਈਨ ਹੈ ਤੇ ਇਹਦੇ ਵਾਸਤੇ ਉਹ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਸਕਦੇ ਨੇ। ਇਹਦੇ ਵਾਸਤੇ ਉਹ ਬਹੁਤ ਕੋਈ ਵੱਡੀ ਬਾਰਗੇਨ ਵੀ ਸ਼ਾਇਦ ਨਹੀਂ ਕਰਨ ਵਾਸਤੇ ਤਿਆਰ ਹੋਣ ਦੇ। ਹੁਣ ਓਮਾਨ ਤੇ ਈਰਾਨ ਬਹੁਤ ਟਾਈਮ ਤੋਂ, ਯਾਨੀ ਇਸ ਦਫਾ ਜਿਹੜਾ ਈਰਾਨ ਦੇ ਉੱਤੇ ਹਮਲਾ ਹੋਇਆ ਉਹਦੇ ਤੋਂ ਹੀ ਪਹਿਲਾਂ ਓਮਾਨ ਤੇ ਈਰਾਨ ਆਪਸ ਚ ਡਿਸਕਸ਼ਨਸ ਜਿਹਨੇ ਉਹ ਡਿਸਕਸ਼ਨ ਤੇ ਕਰਦੇ ਨੇ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਜਿਹੜਾ ਟੈਰੀਟੋਰੀਅਲ ਕਲੇਮ ਤੋਂ ਲੈ ਕੇ ਰਾਸਤਾ ਬਣਾਉਣਾ, ਸਿਕਿਉਰਿਟੀ ਸਰਚ ਜਿਹੜਾ ਹੁੰਦਾ ਉਹ ਤੇ ਰੈਸਕਿਊ ਦਾ ਪੂਰਾ ਸਿਸਟਮ ਤੇ এনवायरमेंटल ਜਿਹੜੇ ਹੈਜ਼ਰਡਸ ਨੇ ਉਹਨਾਂ ਸਭ ਨੂੰ ਡੀਲ ਕਰਨਾ, ਇਹਨਾਂ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਲੈ ਕੇ ਚੱਲਣਾ। ਤੇ ਓਮਾਨ ਦੇ ਉੱਤੇ ਅਮਰੀਕਾ ਦਾ ਬਹੁਤ ਪ੍ਰੈਸ਼ਰ ਹੈ। ਗਲਫ ਦੇ ਸਾਰੇ ਕੰਟਰੀਜ਼, ਸਾਊਦੀ ਅਰੇਬੀਆ ਨੂੰ ਅਗਰ ਇੱਕ ਸਾਈਡ ਤੇ ਕਰੀਏ, ਬਾਕੀਆਂ ਦਾ ਜੋਗਰਾਫੀਆ ਵੀ, ਬਾਕੀਆਂ ਦੀ ਇਕਨੋਮੀ ਵੀ, तो साढ़े एक शहर जिन्ने तो सारे मुल्क ने ਇਹਦੇ ਤੋਂ ਘੱਟ ਉਹਨਾਂ ਦੀ ਆਬਾਦੀ ਹੈ। ਸਾਰੇ ਉੱਤੇ ਇਮੀਗ੍ਰੈਂਟਸ ਨੇ ਜਿਹੜੇ ਉਹ ਮੁਲਕ ਚਲਾਉਂਦੇ ਨੇ ਪਏ, ਤੇ ਓਮਾਨ ਦਾ ਇੰਨਾ ਵਾਇਆ ਨਹੀਂ। ਪੁਆਇੰਟ ਮੈਂ ਬਣਾਉਣਾ ਚਾਹ ਰਹੀ ਹਾਂ ਕਿ ਓਮਾਨ ਵਿਚਾਰੇ ਦਾ ਉਹਦਾ ਇੰਨਾ ਜ਼ੋਰ ਲੱਗ ਨਹੀਂ ਸਕਦਾ ਕਿ ਉਹ ਅਮਰੀਕਾ ਦੇ ਸਾਹਮਣੇ ਖਲੋਵੇ। ਉਹਨੂੰ ਅਫਕੋਰਸ ਕਿਨੂੰ ਨਾ ਕਿਨੂੰ ਸਪੋਰਟ ਚਾਹੀਦੀ ਹੈ, ਉਹਨੂੰ ਜ਼ਰੂਰ ਸਪੋਰਟ ਹਾਸਿਲ ਹੈ ਚਾਈਨਾ ਦੀ ਤਰਫੋਂ, ਗਲੋਬਲ ਸਾਊਥ ਦੀ ਤਰਫੋਂ ਕਿ ਉਹ ਇਹ ਸਭ ਕੁਝ ਕਰ ਲੇ ਜੋ ਵੀ ਉਹ ਸਟੇਟ ਆਫ ਹੋਰਮੁਜ਼ ਤੇ ਕਰਦੇ ਨੇ ਪਏ। ਤੇ ਇਹਨਾਂ ਨੈਗੋਸੀਏਸ਼ਨਸ ਵਿੱਚੋਂ ਰੀਸੈਂਟਲੀ ਅਸੀਂ ਵੇਖਿਆ ਕਿ ਅਮਰੀਕਾ ਨੇ ਬਹੁਤ ਜ਼ਿਆਦਾ ਜ਼ੋਰ ਵੀ ਓਮਾਨ ਤੇ ਦਿੱਤਾ ਕਿ ਉਹ ਇਸ ਡੀਲ ਚੋਂ ਬਾਹਰ ਨਿਕਲ ਜਾਏ ਤੇ ਆਖੇ ਕਿ ਜੀ ਮੈਂ ਆਪਣਾ ਰਾਸਤਾ ਜਿਹੜਾ ਉਹ ਇਸਤੇਮਾਲ ਕਰਨ ਦੀ ਇਜਾਜ਼ਤ ਦੇਣਾ ਵਾ ਵਗੈਰਾ ਵਗੈਰਾ। ਲੇਕਿਨ ਸਟਿਲ ਓਮਾਨ ਤੇ ਈਰਾਨ ਜਿਹੜੇ ਨੇ ਉਹ ਸਟੇਟ ਆਫ ਹੋਰਮੁਜ਼ ਉੱਤੇ ਨੈਗੋਸੀਏਸ਼ਨ ਤੇ ਕਰਦੇ ਨੇ। ਓਮਾਨ ਨੇ ਇੱਕ ਤਜਵੀਜ਼ ਦਿੱਤੀ ਕਿ ਅਸੀਂ ਇਹਦੇ ਵਿੱਚੋਂ ਇਨਬਾਉਂਡ ਤੇ ਆਊਟਬਾਉਂਡ ਵਾਸਤੇ ਦੋ ਲੇਨਸ ਬਣਾ ਲੈਂਦੇ ਹਾਂ। ਜਿਹੜਾ ਈਰਾਨੀ ਜਿਹੜਾ ਟੈਰੀਟੋਰੀਅਲ ਕਲੇਮ ਹੈ ਉਹਨੂੰ ਤੁਸੀਂ ਇਨਬਾਉਂਡ ਕਰ ਲਓ ਤੇ ਬਾਕੀ ਨੂੰ ਆਊਟਬਾਉਂਡ ਕਰ ਲੈਂਦੇ ਹਾਂ। ਮੇਰੀ ਤਰਫੋਂ ਬਾਹਰ ਜਹਾਜ਼ ਨਿਕਲ ਜਾਣਗੇ, ਜਿਨ੍ਹਾਂ ਨੂੰ ਇਰਾਨੀਆਂ ਨੇ ਆਖਿਆ ਕਿ ਨਹੀਂ, ਇਸ ਤਰ੍ਹਾਂ ਕੰਮ ਚੱਲ ਨਹੀਂ ਸਕਦਾ, ਸਾਨੂੰ ਇੱਕੋ ਰਸਤਾ ਬਣਾਉਣਾ ਪਵੇਗਾ ਤੇ ਅਸੀਂ ਦੋਵੇਂ ਉਹਦੇ ਉੱਤੇ ਜਿਹੜਾ ਨਾ ਉਹਦਾ ਇੰਤਜ਼ਾਮ ਕਰਾਂਗੇ ਤੇ ਇੰਤਜ਼ਾਮ ਤੋਂ ਜ਼ਿਆਦਾ ਉਹਦੀ ਸਿਕਿਉਰਿਟੀ ਜਿਹੜੀ ਹੈ ਉਹਨੂੰ ਮੈਨੇਜ ਕਰਾਂਗੇ। ਇਹਦੇ ਬਾਅਦ ਜਿਹੜੇ ਤੁਹਾਡੇ ਦੋਵਾਂ ਸਵਾਲਾਂ ਦੇ ਜਵਾਬ ਦੇਣ ਦੇ ਬਾਅਦ ਮੇਰਾ ਖਿਆਲ ਹੈ ਕਿ ਓਮਾਨ ਤੇ ਈਰਾਨ ਅਗਰ ਜ਼ਾਤੀ ਤੌਰ ਤੇ ਸਿਰਫ ਦੋਨੋਂ ਇਕੱਲੇ ਮਿਲ ਕੇ ਹੀ ਸਟੇਟ ਆਫ ਹੋਰਮੁਜ਼ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਦੇ ਤੇ ਸ਼ਾਇਦ ਇਹਨਾਂ ਵਾਸਤੇ ਇੰਨਾ ਪ੍ਰੈਕਟੀਕਲ ਨਾ ਰਹੇ। ਇਹਨਾਂ ਨੂੰ ਇਹਦੇ ਉੱਤੇ ਇੱਕ ਕੰਸੋਰਸ਼ੀਅਮ ਜਾਂ ਸਿੰਡੀਕੇਟ ਬਣਾਉਣਾ ਚਾਹੀਦਾ ਜਿਹਦੇ ਵਿੱਚ ਇਹ ਗਲਫ ਦੇ ਬਾਕੀ ਮਮਾਲਿਕ ਨੂੰ ਵੀ ਨਾਲ ਸ਼ਾਮਿਲ ਕਰ ਲੈਣ, ਐਟਲੀਸਟ ਜਿਨ੍ਹਾਂ ਦਾ ਕੋਸਟਲ ਏਰੀਆ ਮਿਲਦਾ ਹੈ ਜਾਂ ਜਿਨ੍ਹਾਂ ਦੀ ਟ੍ਰੇਡ ਬਹੁਤ ਜ਼ਿਆਦਾ ਹੋਵੇ। ਅਗਰ ਇਹ ਗਲਫ ਦੇ ਮਮਾਲਿਕ ਨੂੰ ਵੀ ਇੱਕ ਦੋ ਨੂੰ ਵਿੱਚ ਸ਼ਾਮਿਲ ਕਰ ਲੈਂਦੇ ਨੇ, ਇੱਕ ਪੂਰਾ ਕੰਸੋਰਸ਼ੀਅਮ ਬਣ ਜਾਂਦਾ ਹੈ ਜਿਵੇਂ ਸਟੇਟ ਆਫ ਮਲਾਕਾ ਤੇ ਵੇ ਕਿ 3-4 ਕੰਟਰੀਜ਼ ਜਿਹੜੇ ਨੇ ਜਿਨ੍ਹਾਂ ਦੇ ਇੰਟਰਸਟ ਉਹਦੇ ਉਸ ਇਲਾਕੇ ਦੇ ਨਾਲ ਨੇ, ਫਿਰ ਤੇ ਇਹ ਕੰਮ ਚੱਲ ਜਾਏਗਾ। ਲੇਕਿਨ ਅਗਰ ਓਮਾਨ ਤੇ ਈਰਾਨ ਨੇ ਐਸਾ ਆਪਣੇ ਦਰਮਿਆਨ ਹੀ ਇਹਨੂੰ ਰੱਖਿਆ ਤੇ ਫਿਰ ਜਿਹੜਾ ਪਾਵਰ ਦਾ ਬੈਲੈਂਸ ਹੈ ਉਹ ਯਕੀਨਨ ਈਰਾਨ ਦੀ ਤਰਫ ਹੈ। ਇਹ ਜੰਗ ਅੱਜ ਠੰਡੀ ਹੋ ਜਾਏਗੀ, ਚੀਜ਼ਾਂ ਅੱਗੇ ਚਲੀਆਂ ਜਾਣਗੀਆਂ, ਲੇਕਿਨ ਅਮਰੀਕਾ ਨੂੰ ਵੀ ਪਤਾ ਹੈ ਕਿ ਓਮਾਨ ਦਾ ਸਿਰਫ ਨਾ ਹੀ ਹੈ, ਇਹ ਈਰਾਨ ਦੇ ਹੀ ਕੰਟਰੋਲ 'ਚ, ਤੇ ਕੱਲ ਨੂੰ ਅਸੀਂ ਫਿਰ ਦੁਬਾਰਾ ਈਰਾਨ ਨੂੰ ਕਿਸੇ ਤਰੀਕੇ ਨਾਲ ਬੁਲੀ ਕਰਾਂਦੇ, ਹਰੈਸ ਕਰਾਂਦੇ, ਈਰਾਨ ਤੇ ਉਹਦੇ ਕੋਲ ਤੇ ਇੱਕ ਐਟੋਮਿਕ ਬੰਬ ਦੀ ਤੇ ਉਹਨੂੰ ਪਤਾ ਨਹੀਂ ਜ਼ਰੂਰਤ ਹੀ ਨਹੀਂ, ਉਹ ਦੁਬਾਰਾ ਸਾਡਾ ਰਸਤਾ ਬੰਦ ਕਰ ਛੜੇਗਾ। ਤੇ ਕੀ ਕਰੀਏ? ਪਾਈਪਲਾਈਨਸ ਦੀ ਗੱਲ ਕਰਦੇ ਨੇ, ਪੂਰੀ ਦੁਨੀਆ ਦੇ ਵਿੱਚ ਹੀ ਪਾਈਪਲਾਈਨ ਵਿਛਾਉਣ ਦੀ ਗੱਲ ਕੀ ਹੁੰਦੀ ਹੈ? ਉਹ ਪਾਈਪਲਾਈਨਸ ਦੀ ਉਨੀ ਕਪੈਸਿਟੀ ਨਹੀਂ ਹੁੰਦੀ ਕਿ ਜਿੰਨੀ ਇੱਕ ਕੰਟੇਨਰ ਦੀ ਹੁੰਦੀ ਹੈ। ਲਿਹਾਜ਼ਾ ਸਟੇਟ ਆਫ ਹੋਰਮੁਜ਼ ਕਦੀ ਵੀ ਪਹਿਲੇ ਵਾਲੇ ਤਰੀਕੇ ਤੇ ਫ੍ਰੀ ਨਹੀਂ ਜਾਏਗਾ, ਉਹਨੂੰ ਫ੍ਰੀ ਈਰਾਨ ਤੋਂ ਬਾਈ ਫੋਰਸ ਕਰਾਇਆ ਜਾ ਸਕਦਾ ਹੈ।
ਬਾਏ ਫੋਰਸ ਕਰਾਉਣ ਦੀ ਅਮਰੀਕਾ ਕੋਸ਼ਿਸ਼ ਜ਼ਰੂਰ ਕਰ ਸਕਦਾ ਹੈ। ਉਹ ਚੀਜ਼ ਹਲੀ ਵੀ ਟੇਬਲ ਤੇ ਨਹੀਂ, ਭਾਵੇਂ ਉਹ ਕਿੰਨਾ ਵੀ ਇਸ ਕਾਬਿਲ ਠੀਕ। ਨਹੀਂ, ਅਲਟੀਮੇਟਲੀ ਉਹਨੂੰ ਉਹਦੇ ਅੰਦਰੋਂ ਹੀ ਇਹ ਮਜਬੂਰ ਕੀਤਾ ਜਾ ਸਕਦਾ ਵੇ ਕਿ ਐਟਲੀਸਟ ਤੂੰ ਆਪਣੀ ਲੈਗੇਸੀ ਵਾਸਤੇ ਸਟੇਟ ਆਫ ਹਰਮੂਜ਼ ਖੁਲਵਾ। ਸਟੇਟ ਆਫ ਹਰਮੂਜ਼ ਖੁਲਵਾਉਣ ਵਾਸਤੇ ਉਹਨੂੰ ਹਰ ਸੂਰਤ ਇੱਥੇ ਗਰਾਊਂਡ ਸੋਲਜਰਸ ਲਿਆਉਣੇ ਪੈਣਗੇ ਤੇ ਲਿਹਾਜ਼ਾ ਉਹ ਇੱਕ ਬਹੁਤ ਹੀ ਖੌਫਨਾਕ ਸੂਰਤ ਹਾਲ ਹੋਵੇਗੀ ਅਲਟੀਮੇਟਲੀ ਅਗਰ ਇਹ ਹੋ ਜਾਂਦੀ ਹੈ। ਲੇਕਿਨ ਬਗੈਰ ਫੋਰਸ ਜਿਹੜਾ ਅਮਰੀਕਾ ਜੀ ਕਦੀ ਵੀ ਜੀ। ਸਟੇਟ ਆਫ ਹਰਮੂਜ਼ ਨੂੰ ਨਹੀਂ ਖੁਲਵਾ ਸਕਦਾ। ईरान ने ਉਹਨੂੰ ਨਹੀਂ ਖੋਲਣਾ। ईरान ਤੇ ओमान ਆਪਸ 'ਚ ਲੱਗੇ ਨੇ, ਬਾਕੀ ਬਿਹਾਈਂਡ ਜਬ ਕਲੋਜ਼ ਡੋਰਸ ਇਸ ਰੀਜਨ ਦੇ तमाम ਮਮਾਲਿਕ ਜਿਹੜੇ ਨੇ ਉਹ ਇਸ ਗੱਲ ਦੇ ਵਿੱਚ ਰਾਜ਼ੀ ਨੇ। ਇਹ ਖਾਸ ਤੌਰ ਤੇ ਕਿਉਂਕਿ ਚਾਈਨਾ ਨੂੰ ਇਹ ਗੱਲ ਸੂਟ ਕਰਦੀ ਹੈ। ਚਾਈਨਾ ਦਾ ਜਿਹੜਾ ਲੀਵਰੇਜ ਹੈ ईरान ਉੱਤੇ ਉਹਨੂੰ ਸੂਟ ਸਹੀ। ਕਰਦੀ ਹੈ ਕਿ ਸਟੇਟ ਆਫ ਹਰਮੂਜ਼ ਜਿਹੜਾ ਉਹ ਚਾਈਨਾ ईरान ਦੇ ਕੰਟਰੋਲ 'ਚ ਰਵੇ ਤੇ ਅਮਰੀਕਾ ਦੇ ਕੰਟਰੋਲ 'ਚ ਨਾ ਰਵੇ। ਫਿਰ ਉਹਦੇ ਨਾਲ ਫਿਰ ਅਗਲੀ ਚੀਜ਼ ਇਹ ਵੇ ਕਿ ਅਗਰ ਆਹਿਸਤਾ ਆਹਿਸਤਾ ਅਗਰ ਉਹਦੀ ਮੋਨੋਪਲੀ ਅਮਰੀਕਾ ਦੀ ਇੱਥੋਂ ਖਤਮ ਕੀਤੀ ਜਾਏਗੀ ਤੇ ਫਿਰ ਉਹ ਆਹਿਸਤਾ ਆਹਿਸਤਾ ਇਸ ਜਗ੍ਹਾ ਤੋਂ ਨਿਕਲ ਵੀ ਜਾਏਗਾ, ਜਿਹਨੂੰ ईरान ਨੇ ਆਪਣਾ ਇੱਕ ਵਾਰ ਆਬਜੈਕਟਿਵ ਵੀ ਰੱਖੀ ਹੈ ਕਿ ਸਾਡੀ ਜੰਗ ਦਾ ਇੱਕ ਆਬਜੈਕਟਿਵ ਹੈ ਕਿ ਗਲਫ ਦੇ ਮਮਾਲਿਕ ਇਹਨਾਂ ਦੀਆਂ ਬੇਸਿਸ ਨੂੰ ਉੱਥੋਂ ਖਤਮ ਕਰਨ।